ਹੈਲੋ ਸਟੂਡੈਂਟਸ, ਗੁੱਡ ਮਾਰਨਿੰਗ ਟੂ ਆਲ ਆਫ ਯੂ। ਲੈਟਸ ਲਰਨ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਡਿਸਕਸ ਕਰਾਂਗੇ ਚੈਪਟਰ ਨੰਬਰ 15 ਜੋ ਕੀ ਹੈ ਪ੍ਰੋਬੇਬਿਲਿਟੀ। ਠੀਕ ਹੈ, ਇਹਦੇ ਵਿੱਚ ਇੱਕ ਫਾਰਮੂਲਾ ਯੂਜ਼ ਹੁੰਦਾ ਹੈ। ਪ੍ਰੋਬੇਬਿਲਿਟੀ ਫਾਈਂਡ ਕਰਨ ਦਾ ਫਾਰਮੂਲਾ ਹੁੰਦਾ ਨੰਬਰ ਆਫ ਆਊਟਕਮਸ ਡਿਵਾਈਡਡ ਬਾਈ ਟੋਟਲ ਨੰਬਰ ਆਫ ਆਊਟਕਮਸ। ਠੀਕ ਹੈ, ਇਹਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ ਆਪਾਂ, ਨੰਬਰ ਆਫ ਆਊਟਕਮਸ ਫੇਵਰੇਬਲ ਟੂ ਐ ਕੀ ਨੰਬਰ ਆਫ ਆਲ ਪੋਸੀਬਲ ਆਊਟਕਮਸ ਟੂ ਦਾ ਐਕਸਪੈਰੀਮੈਂਟ। ਜਾਂ ਇਹਦੀ ਥਾਂ ਤੇ ਆਪਾਂ ਲਿਖ ਸਕਦੇ ਹਾਂ ਨੰਬਰ ਆਫ ਆਊਟਕਮ ਡਿਵਾਈਡਡ ਬਾਈ ਟੋਟਲ ਨੰਬਰ ਆਫ ਆਊਟਕਮਸ। ਠੀਕ ਹੈ, ਨੈਕਸਟ ਉਸ ਤੋਂ ਬਾਅਦ ਇੱਕ ਫਾਰਮੂਲਾ ਹੁੰਦਾ ਆ ਪੀ ਨੋਟ ਫਾਈਂਡ ਕਰਨ ਦਾ। ਇਹ ਦਾ ਫਾਈਂਡ ਕਰਨ ਦਾ ਸੀ, ਇੱਕ ਪੀ ਨੋਟ ਫਾਈਂਡ ਕਰਨ ਦਾ। ਇਹ ਕਿਵੇਂ ਹੁੰਦਾ, ਪੀ ਈ ਪਲੱਸ ਪੀ ਈ ਨੋਟ ਇਜ਼ ਇਕੁਅਲ ਟੂ 1, ਇਹਦੇ ਬਰਾਬਰ ਹੁੰਦਾ ਹੈ। ਇਹ ਵੀ ਯੂਜ਼ ਕਰਾਂਗੇ ਅਸੀਂ ਨੈਕਸਟ। ਦੇਖੋ 15.1 ਦੇ ਵਿੱਚ ਕੀ ਆ, ਪਹਿਲਾਂ ਤਾਂ ਬਲੈਂਕਸ ਆਇਆ ਪ੍ਰੋਬੇਬਿਲਿਟੀ ਆਫ ਦਾ ਇਵੈਂਟ ਈ ਪਲੱਸ ਪ੍ਰੋਬੇਬਿਲਿਟੀ ਆਫ ਦਾ ਇਵੈਂਟ ਨਾਟ ਈ ਇਜ਼ ਇਕੁਅਲ ਟੂ 1। ਕਹਿੰਦੇ ਪ੍ਰੋਬੇਬਿਲਿਟੀ ਈ ਦੀ ਤੇ ਨਾਟ ਈ ਦੀ 1 ਦੇ ਬਰਾਬਰ ਹੁੰਦੀ, ਜੋ ਕਿ ਆਪਾਂ ਹੁਣੇ ਕਰਕੇ ਹਟੇ ਹਾਂ। ਠੀਕ ਹੈ, ਉਹ ਈ 1 ਦੇ ਬਰਾਬਰ ਹੁੰਦੀ ਹੈ। the probability of the events that cannot happen is 0। ਜਿਹਦੀ probability happen ਹੀ ਨਹੀਂ ਹੋਈ ਹੈਗੀ, ਜਿਸ probability of the events ਉਸ event ਦੀ probability ਜਿਹੜਾ ਕਿ happen ਨਹੀਂ ਹੋਇਆ ਹੈਗਾ ਉਹਨੂੰ ਆਪਾਂ 0 ਹੀ ਲਿਖਾਂਗੇ। ਠੀਕ ਹੈ, such an event is called a impossible event। ਜਿਹਨੂੰ ਆਪਾਂ ਕੀ ਕਹਿ ਸਕਦੇ, impossible, ਜੋ ਕਿ possible ਨਹੀਂ ਹੈਗਾ ਉਹਨੂੰ ਬੋਲ ਸਕਦੇ ਆਪਾਂ impossible। ਠੀਕ ਹੈ, ਨੈਕਸਟ ਉਸ ਤੋਂ ਬਾਅਦ the probability of an event that is certain to happen is 1। ਜਿਸ ਈਵੈਂਟ ਦੀ probability happen ਹੁੰਦੀ ਆ ਉਹਨੂੰ 1 ਕਹਿ ਦਿੰਦੇ ਆ ਆਪਾਂ, ਮਤਲਬ ਕਿ ਜਿਹਦੀ probability ਹੋ ਸਕਦੀ ਹੈ happen, ਉਹ ਕਿਹਦੇ ਬਰਾਬਰ ਹੁੰਦਾ 1 ਦੇ। ਔਰ ਇਸ ਤਰ੍ਹਾਂ ਦੇ ਈਵੈਂਟ ਨੂੰ ਆਪਾਂ ਬੋਲ ਦਿੰਦੇ ਹਾਂ possible event ਜਾਂ sure ਜਾਂ certain event। ਠੀਕ ਹੈ, sure ਔਰ certain event ਵੀ ਬੋਲ ਸਕਦੇ ਹਾਂ, possible event ਵੀ ਬੋਲ ਸਕਦੇ ਹਾਂ। ਨੈਕਸਟ ਉਸ ਤੋਂ ਬਾਅਦ the sum of the probability of all the elementary events of an experiment is 1। ਕਹਿੰਦੇ ਜਿਹੜਾ sum ਹੁੰਦਾ ਹੈ probability ਦਾ, ਠੀਕ ਹੈ, of all the elementary events, ਸਾਰੇ events ਦੇ events ਤੋਂ ਉਹ ਕਿਹਦੇ ਬਰਾਬਰ ਹੁੰਦਾ 1 ਦੇ। ਠੀਕ ਹੈ, the probability of an event is greater than or equal to 0। ਜਿਹੜੀ probability ਹੁੰਦੀ ਆ of an event, ਕਿਸੇ ਵੀ event ਦੀ probability greater than ਹੁੰਦੀ ਆ ਜਾਂ ਤਾਂ ਉਹ ਬਰਾਬਰ ਹੁੰਦੀ ਹੈ 0 ਦੇ, ਜਾਂ ਤਾਂ ਉਹ probability 0 ਹੋਊਗੀ ਜਾਂ 1 ਹੋਊਗੀ, and less than or equal to 1। ਠੀਕ ਹੈ, ਜਾਂ ਤਾਂ greater than ਹੋਊਗੀ ਜਾਂ equal to ਹੋਊਗੀ 0 ਦੇ, ਜਾਂ ਫਿਰ less than or equal to 1 ਹੋਊਗੀ। ਠੀਕ ਹੈ, ਉਸ ਤੋਂ ਬਾਅਦ ਸਮ ਤੇ ਆਉਂਦੇ ਆ ਨੈਕਸਟ ਤੇ ਸੈਕਿੰਡ ਪਾਰਟ ਦੇ ਵਿੱਚ which of the following can not be probability of an event। ਦੇਖੋ ਇਹਦੇ ਵਿੱਚ probability of event ਕਿਹੜੀ ਨਹੀਂ ਹੈਗੀ। ਦੇਖੋ probability ਸਿਰਫ ਪੋਜ਼ੀਟਿਵ ਨੰਬਰ ਦੀ ਹੀ, ਗ੍ਰੇਟਰ ਦੈਨ ਨੰਬਰ ਦੀ, ਜਾਂ ਤਾਂ 0 ਹੋਵੇ ਜਾਂ ਫਿਰ ਗ੍ਰੇਟਰ ਨੰਬਰ ਹੋਵੇ ਉਹਦੀ ਹੀ ਹੋ ਸਕਦੀ ਹੈ। ਸੋ ਇਹਦੇ ਵਿੱਚ ਦੇਖੋ 2/3 ਇਹ ਇਹਦੀ ਹੋ ਸਕਦੀ ਹੈ probability, ਬਟ ਇਹਦੀ ਨਹੀਂ ਹੋ ਸਕਦੀ। 15% ਦੀ ਵੀ ਹੋ ਸਕਦੀ, 0.7 ਦੀ ਵੀ ਹੋ ਸਕਦੀ, ਕਿਉਂਕਿ 7/, ਆਪਾਂ 10 ਲਿਖ ਸਕਦੇ ਹਾਂ। ਸੋ ਇਹਦਾ ਆਨਸਰ ਕੀ ਆਏਗਾ B। ਨੈਕਸਟ ਉਸ ਤੋਂ ਬਾਅਦ PE ਦੀ ਵੈਲਿਊ ਦਿੱਤੀ ਹੋਈ ਆ, ਵਟ ਇਜ਼ ਦਾ probability of not E। ਦੇਖੋ ਫਾਰਮੂਲਾ ਆਪਾਂ ਸ਼ੁਰੂ ਵਿੱਚ ਹੀ ਕੀਤਾ ਸੀ, ਇੱਕ PE ਪਲੱਸ PE ਨਾਟ ਇਜ਼ ਇਕੁਅਲ ਟੂ 1 ਹੁੰਦਾ ਹੈ। ਇੱਥੇ ਇਹੀ ਫਾਰਮੂਲਾ ਯੂਜ਼ ਹੋਣਾ ਹੈ। ਆਪਣੇ ਕੋਲ PE ਦੀ ਵੈਲਿਊ ਦਿੱਤੀ ਹੋਈ ਹੈ, ਠੀਕ ਹੈ, ਔਰ PE ਨਾਟ ਦੀ ਵੈਲਿਊ ਫਾਈਂਡ ਕਰਨੀ ਹੈ। ਆਪਾਂ ਵੈਲਿਊ ਫਿਲ ਕਰਕੇ ਕਰ ਸਕਦੇ ਹਾਂ। ਦੇਖੋ PE ਦੀ ਵੈਲਿਊ ਇੰਨੀ ਹੈ, ਫਾਰਮੂਲਾ ਲਗਾਇਆ ਸੇਮ ਉਹੀ, PE ਦੀ ਵੈਲਿਊ 0.05 ਪਲੱਸ PE ਨਾਟ ਦੀ ਪਤਾ ਨਹੀਂ ਸਾਨੂੰ ਇਕੁਅਲ ਟੂ 1। PE ਨਾਟ ਇੱਧਰ ਹੀ ਰਹਿ ਗਿਆ ਲੈਫਟ ਹੈਂਡ ਸਾਈਡ ਤੇ, 0.05 ਜਿਹੜਾ ਸੀ ਜਦੋਂ ਆਪਾਂ ਰਾਈਟ ਹੈਂਡ ਸਾਈਡ ਤੇ ਲੈ ਕੇ ਗਏ ਉਹ ਮਾਈਨਸ ਹੋ ਗਿਆ, ਔਰ ਜਦੋਂ 1 ਦੇ ਵਿੱਚੋਂ 0.05 ਮਾਈਨਸ ਕੀਤਾ 0.95 ਆ ਗਿਆ। ਠੀਕ ਹੈ, ਇਹਨੂੰ ਮਾਈਨਸ ਕਿਸ ਤਰ੍ਹਾਂ ਕੀਤਾ ਦੇਖ ਲਓ। ਮਾਈਨਸ ਦੇ ਵਿੱਚ ਮੈਂ ਕੀ ਕੀਤਾ ਹੈ, ਪਹਿਲਾਂ 1 ਲਿਖਿਆ, ਠੀਕ ਹੈ, ਉਸ ਤੋਂ ਬਾਅਦ ਨੀਚੇ ਲਿਖ ਦਿੱਤਾ 0.05। ਆਪਾਂ ਪੁਆਇੰਟ ਤੇ ਨੀਚੇ ਪੁਆਇੰਟ ਲਾਉਣੇ ਹੁੰਦੇ ਆ, ਦੇਖੋ ਪੁਆਇੰਟ ਲਗਾ ਕੇ ਇੱਥੇ 2 0 ਆਪਣੇ ਕੋਲੋਂ ਲਗਾ ਲਓ, ਔਰ ਇਹਨੂੰ ਮਾਈਨਸ ਕਰ ਦਿਓ 0.95 ਆ ਜਾਏਗਾ। ਠੀਕ ਹੈ, ਉਸ ਤੋਂ ਬਾਅਦ ਦੇਖੋ a bag contains lemon flavor candies only, ਹਾਂਜੀ, a bag contains lemon flavors candies only Malini takes out 1 candy without looking into the bag, what is the probability of that she takes out। ਕਹਿੰਦੇ ਬੈਗ ਦੇ ਵਿੱਚ ਲੈਮਨ ਫਲੇਵਰ ਦੀਆਂ ਕੈਂਡੀਜ਼ ਆ, ਠੀਕ ਹੈ, ਮਾਲਿਨੀ ਜਿਹੜੀ ਆ ਉਹਦੇ ਵਿੱਚੋਂ ਇੱਕ ਕੈਂਡੀ ਚੁੱਕਦੀ ਆ ਬਿਨਾਂ ਦੇਖੇ ਬੈਗ ਦੇ ਵਿੱਚੋਂ। ਪਤਾ ਕਰੋ what is the probability of that she takes out, ਕਿਹੜੀ ਉਹਦੀ probability find ਕਰਨੀ ਆ ਜਿਸ ਕੈਂਡੀ ਨੂੰ ਉਹਨੇ, ਮਤਲਬ ਕਿ ਜਿਸ ਚੀਜ਼ ਨੂੰ ਉਹਨੇ ਚੁੱਕਿਆ। she takes out, ਜਿੱਦਾਂ orange, ਇਹਦੇ ਵਿੱਚੋਂ ਦੇਖੋ ਇੱਕ ਤਾਂ probability find ਕਰਨੀ ਐਨ orange flavor ਦੀ, ਇੱਕ ਪਤਾ ਕਰਨੀ ਆਪਾਂ lemon flavor ਦੀ। ਠੀਕ ਹੈ, ਉਹਨਾਂ ਨੇ ਦੋ ਚੀਜ਼ਾਂ ਆਪਾਂ ਨੂੰ ਕਹੀਆਂ ਹੋਈਆਂ ਕਿ ਇਹਨਾਂ ਦੀ probability find ਕਰੋ। ਸਭ ਤੋਂ ਪਹਿਲਾਂ ਦੇਖੋ ਆਪਣੇ ਕੋਲ ਇੱਥੇ ਸਾਰੀਆਂ ਕੈਂਡੀਜ਼ ਉਹ ਲੈਮਨ ਸੀਗੀਆਂ, ਆਪਣੇ ਕੋਲ orange ਦੀ ਤਾਂ ਕੋਈ ਹੈ ਹੀ ਨਹੀਂ ਸੀਗੀ। ਸੋ ਸਿੱਧਾ orange ਦੀ ਤਾਂ ਆਪਾਂ find ਹੀ ਨਹੀਂ ਕਰ ਸਕਦੇ। ਸੋ ਇਹਦੇ ਵਿੱਚ ਆਪਾਂ ਸਿੱਧਾ ਲੈ ਦੇਣਾ ਕਿ equal to 0 ਆ ਜਾਏਗਾ, ਐਨ orange flavor candies is equal to 0।
P an orange flavor candy is equal to 0। देखो जो आप प्रोबेबिलिटी फाइंड करनी है उन्होंने हमेशा पहला P लिखना है, ठीक है। तो जी प्रोबेबिलिटी फाइंड करनी उस ईवेंट की वैल्यू जिदा मतलब ऑरेंज फ्लेवर कैंडीज़ की करनी सी। और इक्वल टू 0 क्यों लिखा, क्योंकि अपने को ऑरेंज फ्लेवर दी कैंडीज़ है ही नहीं सी। नैक्सट उस तो बाद लेमन फ्लेवर दी कैंडीज़ अपने को हैगियां सी, तो करके यस लिख लिया। यस बैग कंटेन्स ओनली 11 कैंडीज़। ये प्रोबेबिलिटी क्या है कि P लेमन फ्लेवर कैंडीज़ इज इक्वल टू 1 क्यों आया, क्योंकि वह इक्को ही कैंडी चुकती है वो बैग के विचों, ठीक है। तो सो तो वो किहड़ी कैंडी चुकेगी, लैमन की ही चुकेगी। सो इत्थे 1 आ गया। नैक्सट उस तो बाद देखो ये सम सेम एज फिफ्थ सम है। ये अपने को PE नॉट की वैल्यू दी हुई है, बट ये PE की वैल्यू ਆਪਾਂ ਨੂੰ ਦਿੱਤੀ नहीं हैगी, ਆਪਾਂ ਉਹ फाइंड करनी है। फॉर्मूला ਹੁੰਦਾ PE + PE नॉट इज इक्वल टू 1, ठीक है। PE की वैल्यू पता नहीं ਆਪਾਂ ਨੂੰ PE नॉट की वैल्यू फिल कर दी, ਇੱਥੇ आ नहीं लगेगा, ठीक है। कट दिओ, ये वाला नहीं लिखना नहीं है। PE नॉट की वैल्यू जी फिल करती, PE इधर एज इट इज़ रह गया 1 राइट हैंड साइड से पहले सी, इनू जो राइट हैंड साइड से लैके गया माइनस का हो गया, दोनों माइनस किया, आंसर PE का आ गया अपने को। नैक्सट उस तो बाद A bag contains 3 red balls, 5 black balls. A ball is drawn at random from the bag. What is the probability that the ball drawn is red, not red? कहते एक बैग ਦੇ ਵਿੱਚ 3 ਰੈੱਡ ਬਾਲਾਂ ਹੈ, 5 ਬਲੈਕ ਬਾਲਾਂ ਹੈ, ਤੇ a ball is drawn ਉਹਦੇ ਵਿੱਚੋਂ ਇੱਕ ਬਾਲ ਕੱਢੀ ਜਾਂਦੀ ਹੈ from the bag। probability ਪਤਾ ਕਰੋ ਕਿ ਉਹ ਜਿਹੜੀ ਬਾਲ ਹੈ ਉਹ ਰੈੱਡ ਹੈਗੀ ਹੈ ਜਾਂ not red, ठीक है। प्रोबेबिलिटी फाइंड करने का फॉर्मूला मैं तुहानूं दस्सिआ, आपां किद्दां कड्ढीदा, नंबर ऑफ आउटकम डिवाइडेड बाय टोटल नंबर ऑफ आउटकम्स। पहले आपां रैड की प्रोबेबिलिटी फाइंड करनी। देखो किवें फाइंड करनी, सब तो पहले तो जो चीज़ गिवन है वो लिख दी कि रैड बॉल्स 3 आ, ब्लैक बॉल्स कितनी 5 आ, ठीक है। टोटल बॉल्स कितनी हो गई 3 + 5 इज इक्वल टू 8 हो गया, ठीक है। उस तो बाद प्रोबेबिलिटी पता करनी आपां रैड की, ठीक है। अपन पता कि फॉर्मूला किहदे बराबर हुंदा, नंबर ऑफ आउटकम डिवाइडेड बाय टोटल नंबर ऑफ आउटकम्स, जां तुसीं इदां फेवरेबल आउटकम्स भी लिख सकते। हुण देखो रैड की फाइंड करनी सीगी, प्रोबेबिलिटी ऑफ द रैड बॉल, ठीक है। अपन पता कि रैड कितनियां बॉलां सीगीआं, नंबर ऑफ आउटकम्स किन्ने सीगे, नंबर ऑफ आउटकम्स यही हुंदे आ जिहदी प्रोबेबिलिटी फाइंड करनी हुंदी, वो 3 आ, ठीक है। टोटल आउटकम्स किन्ने आ 8 आ, ठीक है। टोटल आउटकम्स जिहड़े आपां प्लस करके लिया वो 8 आ। जिद्दां हुण नैक्सट देखो फाइंड करनी सीगी आपां प्रोबेबिलिटी नॉट रैड। नॉट रैड की प्रोबेबिलिटी किवें फाइंड करनी है, देखो नॉट रैड क्या होया है, इट मीनस PE की वैल्यू अपने को हैगी आ। देखो P अपने पता है कि फॉर्मूला हुंदा PE + PE नॉट इज इक्वल टू 1। PE की वैल्यू आपां ही कढ ली, पहला रैड बॉल की कढ ली है। नॉट रैड की किवें फाइंड, देखो PE की E का मतलब कि अपने को रैड बॉल जी 3/8 आ, और E नॉट का मतलब कि जड़ियाँ नॉट रैड आ, ठीक है, इक्वल टू 1। PE नॉट इधर ही रह गया, 3/8 उधर गया, माइनस का हो गया। इनू सिंपलीफाई किया, क्रॉस मल्टीप्लाई वैल्यू माइनस 1 नूं 8 नाल किया 8 आ गया, 3 नूं 1 नाल किया 3, 1 8 नूं 8 नाल मल्टीप्लाई किया 8 चों 3 माइनस किए 5/8। सो आंसर कितना आ गया 5/8 नॉट रैड की प्रोबेबिलिटी, और रैड की प्रोबेबिलिटी 3/8 आ गया, ठीक है। नैक्सट देखो सम बहुत ईजी है, ध्यान नाल थोड़ा जिहा समझो, ईजी है। देखो बॉक्स कंटेन 5 रैड मार्बल्स, 8 वाइट मार्बल्स एंड 4 ग्रीन मार्बल्स। एक बैग दे विच ਜਿਹੜੇ ਮਾਰਬਲਸ ਆ 5 ਰੈੱਡ ਨੇ, 8 ਵਾਈਟ ਨੇ ਔਰ 4 ਗ੍ਰੀਨ ਨੇ। 1 ਮਾਰਬਲ ਇਜ਼ ਟੇਕਨ ਆਊਟ ਆਫ ਦਾ ਬਾਕਸ ਐਟ ਰੈਂਡਮ। what is the probability that the marble taken out will be red, white, not green। देखो ये भी इदां ही सेम है। सब तो पहला आप लिख लेने कि रेड मार्बल किन्ने हैं, ग्रीन मार्बल किन्ने हैं, वाइट किन्ने हैं और टोटल मार्बल किन्ने हैं। सब तो पहला प्रोबेबिलिटी रेड की पता करनी। देखो रेड की प्रोबेबिलिटी फाइंड करने के लिए अपने को फॉर्मूला किहड़ा, नंबर ऑफ आउटकम डिवाइडेड बाय टोटल नंबर ऑफ आउटकम। रेड किन्ने हैं, देखो 5 है, ओवर टोटल किन्ने हैं 17 है, सो 5/17 आ गया, ये सॉल्व हो गया। नैक्सट उस तो बाद वाइट की प्रोबेबिलिटी फाइंड करनी है। वाइट की प्रोबेबिलिटी सेम उहदे नंबर ऑफ आउटकम डिवाइडेड बाय टोटल नंबर ऑफ आउटकम। वाइट के किन्ने सीगे, वाइट दे विच 8 सीगे ते टोटल किन्ने सी 17, सो कितना आ गया 8/17, ठीक है। नैक्सट उस तो बाद देखो उन्हें क्या होया है, नॉट ग्रीन। नॉट ग्रीन की प्रोबेबिलिटी फॉर्मूला सेम वही जिद्दां आपां पहला करदे सीगे PE + PE नॉट, ठीक है। देखो पहला इन्होंने ग्रीन की कढ ली क्योंकि अपने कोल उन्हें क्या होया है नॉट ग्रीन, की क्या होया है नॉट ग्रीन। नॉट ग्रीन आप तद ही फाइंड कर सकते हैं कि अपन जेकर ग्रीन पता होणगे। सो पहला आप ग्रीन फाइंड करने, ग्रीन सेम उदा ही नंबर ऑफ आउटकम डिवाइडेड बाय टोटल नंबर ऑफ आउटकम, मतलब कि अपने को ग्रीन किन्ने 4/17, ठीक है। और नॉट ग्रीन किद्दां कड्डांगे, फॉर्मूला वो लगा के PE + PE नॉट इज इक्वल टू 1। PE किन्ने सी, मतलब कि ग्रीन किन्ने सी 4/17, नॉट पता करने आ इज इक्वल टू 1। नॉट इधर ही रह गया, 4/17 उधरले पासे लग गया, माइनस का हो गया, क्रॉस मल्टीप्लाई वाली माइनस कर लो, 1 नूं 7 नाल मल्टीप्लाई की 17 नाल मल्टीप्लाई की 17 माइनस की 4/17 इज इक्वल टू कितना आ गया, इन्होंने दोनों माइनस करके 13/17, ठीक है।
ਨੈਕਸਟ ਉਸ ਤੋਂ ਬਾਅਦ ਅ ਪਿੱਗੀ ਬੈਂਕ ਕੰਟੇਨਸ 150 coins and 50 स्टेटमेंट दोबारा पढ़ते हैं एक बारी। अ पिगी बैंक कंटेन्स 150 पैसे मतलब 100 ਜਿਹੜੇ ਆ ਉਹ 50 ਪੈਸੇ ਕੋਇਨਸ ਆ 100 ਦੇ 50 ਪੈਸੇ ਕੋਇਨ ਆ 50 ਜਿਹੜੇ 50 ਆ ਉਹ 1 ਰੁਪੀਜ਼ ਕੋਇਨ ਆ ਐਂਡ 20 ਜਿਹੜੇ ਆ ਉਹ 2 ਰੁਪੀਜ਼ ਦੇ ਕੋਇਨ ਆ ਐਂਡ 10 ਜਿਹੜੇ ਆ 5 ਰੁਪੀਜ਼ ਕੋਇਨ ਆ ਯਾਨੀ ਕਿ ਕੋਇਨਸ ਆ ਆਪਣੇ ਕੋਲ 100 ਤਾਂ 50 ਪੈਸੇ ਦੇ ਆ ਤੇ 50 ਜਿਹੜੇ ਇੱਕ ਕੋਇਨ ਆ ਰੁਪੀਜ਼ 1 ਦੇ ਸੌਰੀ ਔਰ 20 ਜਿਹੜੇ ਆ ਉਹ 2 ਰੁਪੀਜ਼ ਆ ਔਰ 10 ਜਿਹੜੇ ਆ 5 ਰੁਪੀਜ਼ ਦੇ ਕੋਇਨ ਆ। If it is equally likely that one of the coins will fall out when the bank is turned upside down, what is the probability that the coin ਕਹਿੰਦੇ ਜੇ ਮਤਲਬ ਕਿ equally ਉਹਨੂੰ ਆਪਾਂ ਇਦਾਂ ਕਰਦੇ ਆ equally likely if it is equally likely that one of the coin will fall out ਮਤਲਬ ਕਿ ਉਹਨੂੰ ਜੇ ਹਿਲਾ ਕੇ ਇੱਕ coin ਜਿਹੜਾ ਉਹਦੇ ਵਿੱਚੋਂ ਕਹਿੰਦੇ ਉਲਟਾ ਕੇ ਨਿਕਲਦਾ ਹੈ upside ਕਰਕੇ ਠੀਕ ਹੈ probability find ਕਰੋ ਕਿ 50 ਜੇ ਤਾਂ 50 ਪੈਸੇ ਕੋਇਨ ਨਿਕਲਣ ਜਾਂ ਫਿਰ will not be 5 ਰੁਪੀਜ਼ ਕੋਇਨ। ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ 50 ਰੁਪੀਜ਼ ਕੋਇਨ ਕਰਨੀ ਹੈ। ਦੇਖੋ ਸਭ ਤੋਂ ਪਹਿਲਾਂ ਜਿਹੜੀ ਚੀਜ਼ ਹੈਗੀ ਆਪਣੇ ਕੋਲ ਉਹ ਲਿਖ ਲੈਣੀ ਹੈ। ਦੇਖੋ 50 ਪੈਸੇ ਕੋਇਨ ਕਿੰਨੇ ਸੀਗੇ 100 ਸੀਗੇ ਟੋਟਲ ਕੋਇਨਸ ਕਿੰਨੇ ਆ 180 ਇੱਥੇ ਇਹਨਾਂ ਨੇ ਸ਼ਾਰਟਕਟ ਥੋੜਾ ਕੀਤਾ ਹੋਇਆ 180 ਕਿੱਦਾਂ ਆਇਆ ਪਹਿਲਾਂ ਆਪਾਂ ਨੂੰ ਉਹ ਦੱਸਣਾ ਪੈਣਾ ਹੈ ਠੀਕ ਹੈ। ਹਾਂਜੀ ਸਭ ਤੋਂ ਪਹਿਲਾਂ ਸਾਨੂੰ ਇੱਦਾਂ ਲਿਖਣਾ ਪੈਣਾ ਕਿ 50 ਪੈਸੇ ਦੇ ਕੋਇਨ 100 ਆ 1 ਰੁਪੀਜ਼ ਦੇ ਕੋਇਨ 50 ਆ 2 ਰੁਪੀਜ਼ ਦੇ ਕੋਇਨ 20 ਆ 5 ਰੁਪੀਜ਼ ਦੇ ਕੋਇਨ 10 ਆ ਠੀਕ ਹੈ। ਉਸ ਤੋਂ ਬਾਅਦ ਆਪਾਂ ਲਿਖਾਂਗੇ ਕਿ ਟੋਟਲ ਕੋਇਨਸ ਕਿੰਨੇ ਹੋ ਗਏ ਟੋਟਲ ਕੋਇਨਸ ਮਤਲਬ ਕਿ ਆ ਸਾਰੇ ਜਿਹੜੇ ਕੋਇਨਸ ਆ ਇਹਨਾਂ ਨੂੰ ਪਲੱਸ ਕਰ ਦਿਓ ਇਹਨਾਂ ਜਦੋਂ ਪਲੱਸ ਕਰਾਂਗੇ 180 ਆ ਜਾਊਗਾ ਠੀਕ ਹੈ। ਸੋ 180 ਤਾਂ ਆ ਗਿਆ ਇੱਥੇ। ਨੈਕਸਟ ਉਸ ਤੋਂ ਬਾਅਦ ਪਤਾ ਕੀ ਕਰਨੇ ਸੀਗੇ ਜੇਕਰ 50 ਪੈਸੇ ਆਉਂਦੇ ਦੇਖੋ ਇਹਦੇ ਵਿੱਚ ਆਪਣੇ ਕੋਲ ਹੁਣ ਨੰਬਰ ਆਫ ਆਊਟਕਮਸ ਜਿਹੜੇ ਆ ਉਹ ਗਏ ਆ 50 ਪੈਸੇ ਕੋਇਨ ਠੀਕ ਹੈ। ਦੇਖੋ ਪ੍ਰੋਬੇਬਿਲਿਟੀ ਦਾ ਫਾਰਮੂਲਾ ਕਿਹਦੇ ਬਰਾਬਰ ਹੁੰਦਾ ਨੰਬਰ ਆਫ ਆਊਟਕਮ ਡਿਵਾਈਡਡ ਬਾਈ ਟੋਟਲ ਨੰਬਰ ਆਫ ਆਊਟਕਮਸ। ਆਪਾਂ ਕਿਹਦੀ ਪਤਾ ਕਰਨੀ ਪ੍ਰੋਬੇਬਿਲਿਟੀ 50 ਪੈਸੇ ਕੋਇਨ ਦੀ। ਆਪਾਂ ਨੂੰ ਪਤਾ ਹੈ ਕਿ ਨੰਬਰ ਆਫ ਆਊਟਕਮਸ ਕਿੰਨੇ ਆ 50 ਪੈਸੇ ਕੋਇਨ ਦੇ ਕਿੰਨੇ ਆ ਦੇਖੋ 50 ਪੈਸੇ ਕੋਇਨ ਦੇ ਕਿੰਨੇ ਆ ਕੋਇਨ 100 ਠੀਕ ਹੈ। ਸੋ ਨੰਬਰ ਆਫ ਆਊਟਕਮਸ ਕਿੰਨੇ ਹੋ ਗਏ 100 ਔਰ ਟੋਟਲ ਕਿੰਨੇ ਆ 180 ਸੋ ਇੱਥੇ ਲਿਖ ਦਿੱਤਾ ਤਾਂ ਹੀ 100 ਓਵਰ 180 ਠੀਕ ਹੈ। ਇਹਨੂੰ ਕਟਿੰਗ ਕੀਤੀ 0 ਨਾਲ 0 ਕੈਂਸਲ 5 ਦੇ ਟੇਬਲ ਤੇ 10 ਆਉਂਦਾ 5 ਤੇ ਸੌਰੀ 2 ਦੇ ਟੇਬਲ ਤੇ 10 ਆਉਂਦਾ 5 ਤੇ ਔਰ 2 ਦੇ ਟੇਬਲ ਤੇ 18 ਆਉਂਦਾ 9 ਤੇ ਠੀਕ ਹੈ 5 ਓਵਰ 9 ਆ ਗਿਆ। ਨੈਕਸਟ ਉਸ ਤੋਂ ਬਾਅਦ ਪ੍ਰੋਬੇਬਿਲਿਟੀ ਫਾਈਂਡ ਕਰਨੀ ਹੈ not be rupees 5 coin ਸਭ ਤੋਂ ਪਹਿਲਾਂ ਆਪਾਂ ਨੂੰ 5 ਰੁਪੀਜ਼ ਕੋਇਨ ਦੀ ਪ੍ਰੋਬੇਬਿਲਿਟੀ ਪਤਾ ਹੋਗੀ ਤਾਂ ਹੀ ਆਪਾਂ not ਦੀ ਫਾਈਂਡ ਕਰ ਸਕਦੇ ਹਾਂ ਠੀਕ ਹੈ। ਸਭ ਤੋਂ ਪਹਿਲਾਂ ਆਪਾਂ 5 ਰੁਪੀਜ਼ ਕੋਇਨ ਦੀ ਪ੍ਰੋਬੇਬਿਲਿਟੀ ਫਾਈਂਡ ਕਰਨੀ ਸੇਮ ਐਜ਼ ਨੰਬਰ ਆਫ ਆਊਟਕਮ ਡਿਵਾਈਡਡ ਬਾਈ ਟੋਟਲ ਨੰਬਰ ਆਫ ਆਊਟਕਮਸ ਤੇ ਤੁਸੀਂ ਲਿਖ ਲੈਣਾ ਪ੍ਰੋਬੇਬਿਲਿਟੀ ਆਫ ਦਾ ₹5 coin is equal to number of outcome divided by total number of outcome। ਦੇਖੋ 5 ਰੁਪੀਜ਼ ਕੋਇਨ ਦੇ ਕਿੰਨੇ ਕੋਇਨ ਸੀਗੇ ਆਪਣੇ ਕੋਲ 10 ਸੀਗੇ ਸੋ 10 ਓਵਰ ਕਿੰਨਾ ਆ ਜਾਏਗਾ 180 10 ਓਵਰ ਕਿੰਨਾ ਆ ਜਾਏਗਾ 180 0 ਨਾਲ 0 ਕੈਂਸਲ 1 ਓਵਰ 18 ਆ ਗਿਆ। ਨੈਕਸਟ ਫਾਈਂਡ ਕੀ ਕਰਨਾ ਸੀਗਾ ਨੋਟ ਫਾਰਮੂਲਾ ਹੁੰਦਾ PE plus PE not is equal to 1 PE ਦੀ ਪਤਾ 1 ਓਵਰ 18 ਨੇ ਫਿਲ ਕਰਤੀ PE not ਪਤਾ ਨਹੀਂ ਹੈਗਾ is equal to 1 ਆ ਗਿਆ PE not as it is ਇੱਧਰ ਹੀ ਰਹਿ ਗਿਆ 1 ਓਵਰ 18 ਨੂੰ ਜਦੋਂ ਉਧਰਲੀ ਸਾਈਡ ਲੈ ਗਿਆ ਮਾਈਨਸ ਦਾ ਹੋ ਗਿਆ। ਉਸ ਤੋਂ ਬਾਅਦ ਕ੍ਰਾਸ ਮਲਟੀਪਲਾਈ ਵਾਲੀ ਮਾਈਨਸ 1 ਨੂੰ 18 ਨਾਲ ਕੀਤਾ 18 1 ਨੂੰ 1 ਨਾਲ ਕੀਤਾ 1 1 ਨੂੰ 18 ਨਾਲ ਮਲਟੀਪਲਾਈ ਕੀਤਾ 18 ਦੋਨਾਂ ਨੂੰ ਮਾਈਨਸ ਕੀਤਾ 17 ਓਵਰ 18 ਆ ਗਿਆ ਆਂਸਰ ਠੀਕ ਹੈ। ਨੈਕਸਟ ਉਸ ਤੋਂ ਬਾਅਦ ਦੇਖੋ ਨੈਕਸਟ ਸਮ ਗੋਪੀ ਬਾਈਜ਼ ਅ ਫਿਸ਼ ਫਰੋਮ ਅ ਸ਼ਾਪ ਫॉर ਹਿਜ਼ aquarium the shopkeeper takes out one fish at random from a tank containing 5 male fish and 8 female fish what is the probability that fish taken out a male fish ਕਹਿੰਦੇ ਕਿ ਇੱਕ ਗੋਪੀ ਜਿਹੜਾ ਉਹ ਫਿਸ਼ ਲੈਂਦਾ ਆ ਫਿਸ਼ ਲੈਂਦਾ ਹੈ ਸ਼ਾਪ ਤੋਂ ਠੀਕ ਹੈ ਤੇ ਉਹਦੇ ਵਿੱਚੋਂ ਉਹ the shopkeeper takes out the one fish at the random ਮਤਲਬ ਕਿ ਇੱਕ ਟਾਈਮ ਤੋਂ ਇੱਕ ਫਿਸ਼ ਮਤਲਬ ਕਿ ਕੱਢਦਾ ਵਾ ਠੀਕ ਹੈ ਰੈਂਡਮ ਫਰੋਮ ਦਾ ਟੈਂਕ ਦੇ ਵਿੱਚੋਂ ਜਿਹਦੇ ਵਿੱਚੋਂ ਉਹਨੇ 5 ਮੇਲ ਫਿਸ਼ ਦਿੱਤੀਆਂ ਨੂੰ ਤੇ 8 ਫੀਮੇਲ ਫਿਸ਼ਸ ਦਿੱਤੀਆਂ ਠੀਕ ਹੈ। ਫਾਈਂਡ ਕਰਨੀ ਪ੍ਰੋਬੇਬਿਲਿਟੀ ਜਿਹੜੀਆਂ ਮੇਲ ਫਿਸ਼ਸ ਦੀਆਂ ਦੇਖੋ ਸਭ ਤੋਂ ਪਹਿਲਾਂ ਮੇਲ ਫਿਸ਼ ਕਿੰਨੀਆਂ 5 ਲਿਖ ਦੇਣੀਆਂ ਫੀਮੇਲ ਫਿਸ਼ ਕਿੰਨੀਆਂ 8 ਲਿਖ ਦੇਣੀਆਂ ਟੋਟਲ ਫਿਸ਼ਸ ਕਿੰਨੀਆਂ ਹੋ ਗਈਆਂ 13 ਫਾਈਂਡ ਕਿਹਦੀ ਕਰਨੀ ਸੀ ਪ੍ਰੋਬੇਬਿਲਿਟੀ ਸਿਰਫ ਔਰ ਸਿਰਫ ਮੇਲ ਫਿਸ਼ਸ ਦੀ ਦੇਖੋ ਨੰਬਰ ਆਫ ਆਊਟਕਮ ਡਿਵਾਈਡਡ ਬਾਈ ਟੋਟਲ ਨੰਬਰ ਆਫ ਆਊਟਕਮ ਪ੍ਰੋਬੇਬਿਲਿਟੀ ਫਾਈਂਡ ਕਰਨੀ ਸੀ ਮੇਲ ਫਿਸ਼ ਦੀ ਨੰਬਰ ਆਫ ਆਊਟਕਮਸ ਕਿੰਨੀਆਂ 5 ਮੀਨਸ ਮੇਲ ਫਿਸ਼ਸ ਕਿੰਨੀਆਂ 5 ਟੋਟਲ ਕਿੰਨੀਆਂ 13 ਸਿੰਪਲੀ ਆਂਸਰ ਆ ਗਿਆ ਠੀਕ ਹੈ। ਨੈਕਸਟ ਉਸ ਤੋਂ ਬਾਅਦ ਦੇਖੋ ਇਹਦੇ ਵਿੱਚ ਸਟੇਟਮੈਂਟ ਹੀ ਐਡੀਆਂ ਹੁੰਦੀਆਂ ਕੁਝ ਹੁੰਦਾ ਹੈ ਨਹੀਂ ਸਮ ਦੇ ਵਿੱਚ ਖਾਸ ਈਜ਼ੀ ਸਮ ਆ ਅ ਗੇਮ ਆਫ ਚਾਂਸ consist of spinning an arrow which comes to rest pointing at one of the number ਕਹਿੰਦੇ ਮਤਲਬ ਕਿ ਗੇਮ ਦੇ ਵਿੱਚ ਚਾਂਸ ਮਿਲਦੇ ਆ ਤੇ ਉਹਦੇ ਵਿੱਚ ਜਦੋਂ ਸਪਿਨ ਕਰਦਾ ਹੈ ਦੈਨ ਉਹ ਉਸ ਤੋਂ ਬਾਅਦ ਉਹ ਇਹਨਾਂ ਨੰਬਰਸ ਤੇ ਰੁਕਦਾ ਵਾ ਠੀਕ ਹੈ ਪੁਆਇੰਟ ਕਰਦਾ ਰੁਕ ਕੇ ਰੈਸਟ ਪੁਆਇੰਟ ਜਦੋਂ ਹੁੰਦਾ ਉਹ ਇਦਾਂ ਰੁਕ ਕੇ ਜਿੱਦਾਂ ਮਤਲਬ ਰਾਊਂਡ ਲੈ ਲਓ ਉਹਦੇ ਨੰਬਰ ਲਿਖੇ ਹੋਏ ਆ ਜਿੱਦਾਂ ਟਾਈਮ ਆਪਣਾ ਟਾਈਮ ਹੁੰਦਾ ਟਾਈਮ ਪੀਸ ਇਸੇ ਤਰ੍ਹਾਂ ਹੀ ਔਰ what is the probability that will
ਪੁਆਇੰਟ ਐਟ 8, ਜਦੋਂ ਪ੍ਰੋਬੇਬਿਲਿਟੀ ਉਹਦੀ ਫਾਈਂਡ ਕਰਨੀ ਜਦੋਂ ਉਹ 8 ਤੇ ਪੁਆਇੰਟ ਕਰਦਾ, ਜਦੋਂ ਉਹ ਔਡ ਨੰਬਰ ਤੇ ਪੁਆਇੰਟ ਕਰਦਾ, ਜਦੋਂ ਉਹ ਗ੍ਰੇਟਰ ਦੈਨ 2 ਤੇ ਪੁਆਇੰਟ ਕਰਦਾ, ਔਰ ਜਦੋਂ ਉਹ ਲੈਸ ਦੈਨ 9 ਤੇ ਪੁਆਇੰਟ ਕਰਦਾ। ਸੇਮ ਸੌਖਾ ਇਹਦੇ ਵਿੱਚ। ਸਭ ਤੋਂ ਪਹਿਲਾਂ ਤਾਂ ਤੁਸੀਂ ਕੀ ਕਰਨਾ ਹੈ, ਜਿੰਨੇ ਨੰਬਰ ਦਿੱਤੇ ਆ ਉਹਨਾਂ ਸਾਰਿਆਂ ਨੂੰ ਟੋਟਲ ਕਰਕੇ ਟੋਟਲ ਨਹੀਂ ਕਰਨਾ ਹੈਗਾ, ਟੋਟਲ ਨੰਬਰ ਆਪਣੇ ਕੋਲ 8 ਆ ਤਾਂ 8 ਹੀ ਆਏਗਾ ਸਿੰਪਲੀ। ਟੋਟਲ ਨੰਬਰ ਆਫ ਪੋਸੀਬਲ ਆਊਟਕਮਸ ਆਪਾਂ ਲਿਖ ਦੇਣੇ, ਸਿੱਧੇ ਆ ਲਿਖਣ ਦੀ ਇੰਨੀ ਜ਼ਰੂਰਤ ਨਹੀਂ ਹੈਗੀ, ਇਹਨੂੰ ਤੁਸੀਂ ਬੇਸ਼ੱਕ ਦੀ ਕੱਟ ਦਿਓ, ਠੀਕ ਹੈ। ਟੋਟਲ ਨੰਬਰ ਆਫ ਪੋਸੀਬਲ ਆਊਟਕਮਸ ਇਨ ਵਿਚ ਆ ਲਿਖਣ ਦੀ ਲੋੜ ਨਹੀਂ ਹੈਗੀ, ਇਹ ਸਾਰਾ ਕੱਟ ਦਿਓ, ਆ ਸਾਰਾ ਕੱਟ ਦਿਓ, ਠੀਕ ਹੈ। ਟੋਟਲ ਨੰਬਰ ਆਫ ਆਊਟਕਮ ਇਜ਼ ਇਕੁਅਲ ਟੂ 8 ਲਿਖ ਲਿਓ ਸਿੱਧਾ ਹੀ, ਠੀਕ ਹੈ। ਨੈਕਸਟ ਉਸ ਤੋਂ ਬਾਅਦ ਕੱਢਣੀ ਕਿਹਦੀ ਪ੍ਰੋਬੇਬਿਲਿਟੀ 8 ਦੀ। ਨੰਬਰ ਆਫ ਫੇਵਰੇਬਲ ਆਊਟਕਮ ਇਨ ਵਿਚ ਐਨ ਐਰੋ ਇਜ਼ 8, ਸਿੱਧਾ ਲਿਖ ਦਿਓ ਨੰਬਰ ਆਫ ਫੇਵਰੇਬਲ ਆਊਟਕਮਸ ਵਿਲ ਪੁਆਇੰਟ ਐਟ 8, ਠੀਕ ਹੈ, ਠੀਕ ਹੈ। ਐਰੋ ਵਿਲ ਪੁਆਇੰਟ ਐਟ 8 ਇੰਨਾ ਲਿਖ ਲਿਓ, ਨੰਬਰ ਆਫ ਫੇਵਰੇਬਲ ਆਊਟਕਮਸ, ਠੀਕ ਹੈ, ਐਰੋ ਵਿਲ ਪੁਆਇੰਟ ਐਟ 8। ਦੇਖੋ ਪ੍ਰੋਬੇਬਿਲਿਟੀ ਪਤਾ ਕਰਨੀ ਹੈ, ਪੁਆਇੰਟ 8 ਤੇ ਆਪਣੇ ਕੋਲ ਦੇਖੋ ਜਦੋਂ ਪੁਆਇੰਟ ਉਹ 8 ਤੇ ਕਰੇਗਾ ਇੱਕ ਨੰਬਰ ਤੇ ਹੀ ਪੁਆਇੰਟ ਕਰੇਗਾ, ਜਦੋਂ ਉਹ ਪੁਆਇੰਟ ਕਰੇਗਾ ਇੱਕ ਨੰਬਰ ਤੇ ਕੀਤਾ ਤਾਂ ਹੀ ਇੱਥੇ 1 ਆ ਗਿਆ। ਨੰਬਰ ਆਫ ਫੇਵਰੇਬਲ ਆਊਟਕਮ 1 ਆ, ਟੋਟਲ ਕਿੰਨੇ ਆ 8 ਆ। ਇਸੇ ਤਰ੍ਹਾਂ ਦੇਖੋ ਜਿੱਦਾਂ ਔਡ ਆ, ਨੈਕਸਟ ਇਸ ਤੇ ਪਰ ਔਡ ਨੰਬਰ ਦੀ ਦੇਖੋ, ਔਡ ਨੰਬਰ ਇਹਦੇ ਵਿੱਚੋਂ ਕਿਹੜੇ ਕਿਹੜੇ, ਇੱਕ 1 ਹੈ, ਇੱਕ 3 ਹੈ, ਇੱਕ 5 ਹੈ, ਇੱਕ 7 ਹੈ, ਠੀਕ ਹੈ। ਕਿੰਨੇ ਆ ਔਡ, 4 ਔਡ ਆ, ਠੀਕ ਹੈ, ਤਾਂ ਕਰਕੇ ਆਪਾਂ ਨੰਬਰ ਆਫ ਔਡ ਨੰਬਰ ਲਿਖ ਸਕਦੇ ਹਾਂ 4, ਠੀਕ ਹੈ, 4। ਉਸ ਤੋਂ ਬਾਅਦ ਪ੍ਰੋਬੇਬਿਲਿਟੀ ਫਾਈਂਡ ਕਰਨ ਦਾ ਫਾਰਮੂਲਾ ਉਹੀ 4/8 ਆ ਜਾਏਗਾ, ਕਿਉਂਕਿ ਟੋਟਲ 8 ਸੀਗੇ, 4 ਜਿਹੜੇ ਸੀਗੇ ਨੰਬਰ ਆਫ ਸੀਗੇ। ਉਸ ਤੋਂ ਬਾਅਦ ਆ ਨੰਬਰ ਗ੍ਰੇਟਰ ਦੈਨ 2, ਗ੍ਰੇਟਰ ਦੈਨ 2 ਕਿਹੜੇ ਕਿਹੜੇ ਦੇਖੋ, 1 ਤੋਂ 2 ਤੋਂ ਗ੍ਰੇਟਰ ਜਿਹੜੇ ਆ ਸਾਰੇ ਨੰਬਰ ਨੇ 1 2 3 4 5 6, ਠੀਕ ਹੈ, ਤਾਂ ਕਰਕੇ ਇੱਥੇ 6/8 ਆ ਗਿਆ, ਕਿਉਂਕਿ ਨੰਬਰ ਆਫ ਫੇਵਰੇਬਲ ਆਊਟਕਮਸ 6 ਔਰ ਟੋਟਲ 8 ਆ, ਕਟਿੰਗ ਕਰਕੇ 3/4 ਆ ਗਿਆ। ਨੈਕਸਟ ਉਸ ਤੋਂ ਬਾਅਦ ਪਤਾ ਕਰਨੇ ਆ ਨੰਬਰ ਲੈਸ ਦੈਨ 9, ਲੈਸ ਦੈਨ 9 ਤੋਂ ਦੇਖੋ ਸਾਰੇ 8 ਆ, ਮੀਨਸ 8/8 ਆ ਜਾਏਗਾ, ਸੋ 1 ਇਹਦਾ ਆਂਸਰ ਆ ਜਾਏਗਾ, ਠੀਕ ਹੈ। ਸੋ ਸਟੂਡੈਂਟਸ ਇਹ ਤੁਸੀਂ ਐਕਸਰਸਾਈਜ਼ ਜਿਹੜੇ ਇੰਨੇ ਸਾਹਮਣੇ ਆ ਇਹ ਕਰ ਲੈਣੇ ਆ, ਬਾਕੀ ਅਸੀਂ ਕੱਲ੍ਹ ਕਰਾਂਗੇ। ਥੈਂਕ ਯੂ ਸਟੂਡੈਂਟ, ਥੈਂਕ ਯੂ, ਹੈਵ ਅ ਨਾਈਸ ਡੇ।